ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਅਸੀਂ ਸਾਧ ਸੰਗਤ ਦੁਆਰਾ ਰੱਖਿਆ ਹੋਇਆ ਸਮਾਗਮ ਜੋ ਹਰ ਐਤਵਾਰ ਨੂੰ ਅਸੀਂ ਜਪਜੀ ਸਾਹਿਬ ਦੀ ਗੁਰਬਾਣੀ ਦਾ ਵਿਚਾਰ ਕਰਦੇ ਹਾਂ। ਉਸ ਦੇ ਤਹਿਤ 4 ਭਾਗ ਪਹਿਲਾਂ ਜਪਜੀ ਸਾਹਿਬ ਦੇ ਤੁਸੀਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਅਸੀਂ ਵਿਚਾਰ ਕਰਾਂਗੇ ਜਪਜੀ ਸਾਹਿਬ ਦੀ ਗੁਰਬਾਣੀ ਜੋ ਹੈ ਸਾਨੂੰ ਕੀ ਬਖਸ਼ਿਸ਼ ਕਰਦੀ ਹੈ, ਇਹ ਅਸੀਂ ਵਿਚਾਰ ਕਰਨਾ ਹੈ। ਤੋ ਆਓ ਸਾਰੀਆਂ ਸਾਧ ਸੰਗਤਾਂ ਮਿਲ ਕੇ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਪਿਛਲੇ ਹਫ਼ਤੇ ਇੱਥੋਂ ਤੀਕਰ ਵਿਚਾਰ ਕੀਤਾ ਸੀ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਹੁਣ ਇਸ ਤੋਂ ਅੱਗੇ ਦੀ ਪੌੜੀ ਜੋ ਹੈ ਉਹ ਅਸੀਂ ਅੱਜ ਵਿਚਾਰ ਕਰਾਂਗੇ। ਆਓ ਸਰਵਣ ਕਰੀਏ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅਗਲੀ ਪੌੜੀ ਦੇ ਵਿੱਚ ਕੀ ਵਿਚਾਰ ਦੱਸਿਆ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਆਸ ਮਾਈ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੋ ਸਾਧ ਸੰਗਤ ਜੀ, ਇਹ ਜਪਜੀ ਸਾਹਿਬ ਦੀ 5ਵੀਂ ਪੌੜੀ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਵਿਚਾਰ ਬਖਸ਼ਿਆ ਹੈ ਕਿ ਭਾਈ ਸੰਸਾਰ ਦੇ ਲੋਕੋ, ਗੁਰੂ ਪਿਆਰ ਵਾਲੀਆਂ ਰੂਹਾਂ, ਇਹ ਸਰਵਣ ਕਰ ਲਓ ਕਿ ਜਿਸ ਪਰਮ ਪਿਤਾ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ, ਸਾਰੇ ਕੁਦਰਤ ਨੂੰ ਬਣਾ ਕੇ ਸਾਰੇ ਸੰਸਾਰ ਦੇ ਜੀਵਾਂ ਨੂੰ ਰਿਜ਼ਕ ਪਾਣੀ ਭੇਜਦਾ ਹੈ, ਸਾਰੇ ਸੰਸਾਰ ਨੂੰ ਚਲਾਏਮਾਨ ਰੱਖਦਾ ਹੈ, ਸਾਰੇ ਸੰਸਾਰ ਨੂੰ ਪਾਲਣਾ ਕਰਦਾ ਹੈ, ਸਾਰੇ ਸੰਸਾਰ ਦੀ ਵਿਨਾਸ਼ਨਾ ਕਰਦਾ ਹੈ। ਉਹ ਸਰਬ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ, ਜਿਸ ਨੂੰ ਅਸੀਂ ਪਾਰ ਬ੍ਰਹਮ ਪਰਮੇਸ਼ਰ ਵੀ ਕਹਿੰਦੇ ਹਾਂ, ਵਾਹਿਗੁਰੂ ਵੀ ਕਹਿੰਦੇ ਹਾਂ, ਅਕਾਲ ਪੁਰਖ ਵੀ ਕਹਿੰਦੇ ਹਾਂ,
ਸ੍ਰਿਸ਼ਟੀ ਦਾ ਕਰਤਾ ਵੀ ਕਹਿੰਦੇ ਆ, ਹੋਰ ਅਨੇਕਾਂ ਨਾਮਾਂ ਨਾਲ ਉਸ ਨੂੰ ਯਾਦ ਕੀਤਾ ਜਾਂਦਾ ਹੈ। ਤੋ ਸਤਿਗੁਰੂ ਬਖਸ਼ਿਸ਼ ਕਰਦੇ ਆ ਵੀ ਉਹ ਇਹ ਸਰਬ ਸ਼ਕਤੀਮਾਨ ਸ਼ਕਤੀ ਜਿਹੜੀ ਹੈ ਨਾ, ਪ੍ਰਕਾਸ਼ ਸਰੂਪ ਹੈ, ਸ਼ਬਦ ਸਰੂਪ ਹੈ। ਇਸ ਨੂੰ ਕਿਸੇ ਨੇ ਥਾਪਿਆ ਨਹੀਂ ਹੈ, ਕਿਸੇ ਨੇ ਇਸ ਨੂੰ ਬਣਾਇਆ ਨਹੀਂ ਹੈ, ਨਾ ਇਹ ਕਿਸੇ ਦਾ ਬਣਾਇਆ ਕਿਸੇ ਤੋਂ ਬਣਦਾ ਹੈ। ਥਾਪਿਆ ਨਾ ਜਾਏ, ਕਿਸੇ ਦਾ ਥਾਪਿਆ ਹੈ, ਕਿਸੇ ਤੋਂ ਥਾਪਿਆ ਨਹੀਂ ਜਾਂਦਾ। ਕੀਤਾ ਨਾ ਹੋਏ, ਕਿਸੇ ਦਾ ਕੀਤਾ ਜੇ ਕੋਈ ਕਹਿ ਦੇਵੇ ਮੈਂ ਇਸ ਨੂੰ ਬਣਾ ਦਿਆਂ, ਮੈਂ ਇਸ ਨੂੰ ਕਰ ਦਿਆਂ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਕਿਸੇ ਦਾ ਵੀ ਬਣਾਇਆ ਨਹੀਂ ਬਣਦਾ। ਕੀ ਹੈ? ਆਪੇ ਆਪ ਨਿਰੰਜਨ ਸੋਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਭਾਈ ਗੁਰਮੁਖ ਪਿਆਰਿਓ, ਇਹ ਨਿਰੰਜਨ ਜਿਹੜਾ ਹੈ, ਭਾਵ ਨਿਰਅੰਜਨ, ਅੰਜਨ ਦਾ ਮਤਲਬ ਸੁਰਮਾ, ਨਿਰ ਦਾ ਮਤਲਬ ਸੁਰਮੇ ਤੋਂ ਰਹਿਤ। ਸੁਰਮਾ ਮਤਲਬ ਕਿਉਂਕਿ ਕਾਲਾ ਹੁੰਦਾ ਹੈ, ਇਸ ਕਰਕੇ ਗੁਰੂ ਸਾਹਿਬ ਨੇ ਇਹ ਭਾਵਨਾ ਸਾਨੂੰ ਦੱਸੀ ਹੋਈ ਹੈ ਕਿ ਉਹ ਪਰਮਪਿਤਾ ਪਰਮਾਤਮਾ ਕਿਸੇ ਕਾਲਖ ਤੋਂ ਰਹਿਤ ਹੈ। ਉਸ ਨੂੰ ਕੋਈ ਕਾਲਖ ਨਹੀਂ ਲੱਗੀ ਹੋਈ, ਉਸ ਨੂੰ ਕੋਈ ਦਾਗ ਨਹੀਂ ਲੱਗਦਾ। ਉਹ ਆਪਣੇ ਆਪ ਦੇ ਵਿੱਚ ਆਪ ਹੀ ਸਥਾਪਿਤ ਹੈ। ਆਪੇ ਆਪ ਨਿਰੰਜਨ ਸੋਏ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਹੁਣ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਹੈ। ਭਾਈ ਗੁਰਮੁਖ ਪਿਆਰਿਓ, ਇਹ ਜੋ ਹੈ ਪਰਮਪਿਤਾ ਪਰਮਾਤਮਾ, ਜਿਸ ਨੂੰ ਅਸੀਂ ਨਿਰੰਜਨ ਵੀ ਕਹਿੰਦੇ ਹਾਂ, ਨਿਰੰਕਾਰ ਵੀ ਕਹਿੰਦੇ ਹਾਂ, ਇਹ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ, ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਆਪਣੇ ਆਪ ਦੇ ਵਿੱਚ ਇਹ ਸਥਾਪਿਤ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਨੇ ਇਸ ਦੀ ਸੇਵਾ ਕਰ ਲਈ, ਸੇਵਿਆ ਭਾਵ ਸਿਮਰਨ ਕੀਤਾ, ਇਸ ਨੂੰ ਚੇਤੇ ਕੀਤਾ, ਇਸ ਨੂੰ ਹਿਰਦੇ ਦੇ ਵਿੱਚ ਵਸਾਇਆ, ਤਿੰਨਾਂ ਨੇ ਉਸ ਪਰਮਪਿਤਾ ਪਰਮਾਤਮਾ ਸ਼ਕਤੀਮਾਨ ਸ਼ਕਤੀ ਤੋਂ, ਸਰਬ ਸ਼ਕਤੀਮਾਨ ਸ਼ਕਤੀ ਤੋਂ ਮਾਣ ਪ੍ਰਾਪਤ ਕਰ ਲਿਆ। ਭਾਵ ਕਿ ਉਸ ਨੂੰ ਉਸ ਦੀ ਬਖਸ਼ਿਸ਼ ਪ੍ਰਾਪਤ ਹੋ ਗਈ, ਜਿਸ ਨੇ ਇਸ ਪਰਮਪਿਤਾ ਪਰਮਾਤਮਾ ਦਾ ਸਿਮਰਨ ਕੀਤਾ, ਜਿਸ ਨੇ ਪਰਮਪਿਤਾ ਪਰਮਾਤਮਾ ਨੂੰ ਚੇਤੇ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾਇਆ। ਤੇ ਇਸ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇੱਕ ਬਖਸ਼ਿਸ਼ ਕਰਦੇ ਆ। ਭਾਈ ਗੁਰਮੁਖ ਪਿਆਰਿਓ, ਨਾਨਕ ਗਾਵੀਐ ਗੁਣੀ ਨਿਧਾਨ। ਇਹ ਪਰਮਪਿਤਾ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਇਸ ਨੂੰ ਗਾਓ। ਭਾਵ ਇਸ ਨੂੰ ਪਰਮਾਤਮਾ ਦਾ ਨਾਮ, ਪਰਮਾਤਮਾ ਤੋਂ ਲੈ ਕੇ, ਗੁਰੂ ਤੋਂ ਲੈ ਕੇ, ਸਤਿਗੁਰੂ ਤੋਂ ਲੈ ਕੇ ਇਸ ਦਾ ਨਾਮ ਸਿਮਰਨ ਕਰੋ, ਗਾਓ, ਇਸ ਦੀ ਸਿਫਤ ਸਲਾਹ ਗਾਓ। ਇਹ ਗੁਣਾਂ ਦਾ ਖਜ਼ਾਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਹੁਣ ਗੁਰੂ ਸਾਹਿਬ ਸਾਨੂੰ ਇੱਕ ਜੁਗਤ ਦੱਸਦੇ ਹੈ ਕਿ ਇਹ ਪਰਮਪਿਤਾ ਪਰਮਾਤਮਾ ਜਿਹੜਾ ਹੈ, ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ, ਜਿਹਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ, ਜਿਹਨੂੰ ਅਸੀਂ ਸ੍ਰਿਸ਼ਟੀ ਦਾ ਕਰਤਾ ਕਹਿੰਦੇ ਹਾਂ, ਜਿਸ ਨੂੰ ਅਸੀਂ ਨਿਰੰਜਨ ਕਹਿੰਦੇ ਹਾਂ, ਇਸ ਨੂੰ ਗਾਇਆ ਕਿਸ ਤਰੀਕੇ ਨਾਲ ਗਾਇਆ ਜਾਵੇ? ਗੁਰੂ ਸਾਹਿਬ ਕਹਿੰਦੇ ਵੀ ਇਸ ਦਾ ਨਾਮ ਸਿਮਰਨ ਕਰੋ, ਵਾਹਿਗੁਰੂ 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 ਸੋ ਗਾਵੋ, ਸਿਫਤ ਸਲਾਹ ਕਰੋ, ਇਸ ਦੇ ਗੁਣਾਂ ਦੀ ਸਿਫਤ ਸਲਾਹ ਕਰੋ। ਤੇ ਜਦੋਂ ਤੁਸੀਂ ਗਾਓਗੇ ਨਾ, ਤੇ ਫਿਰ ਨਾਲ ਇਹ ਵੀ ਕਹਿੰਦੇ ਆ ਭਾਈ ਉਸ ਨੂੰ ਸੁਣੋ। ਜੋ ਗਾਓਗੇ, ਭਾਵ ਅਸੀਂ ਕਹਿੰਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਸ ਨੂੰ ਜਿਵੇਂ ਜਿਵੇਂ ਅਸੀਂ ਬੋਲੀਏ ਉਵੇਂ ਉਵੇਂ ਸਾਡੇ ਕੰਨਾਂ ਦੁਆਰਾ ਇਸ ਨੂੰ ਸੁਣੋ, ਇਸ ਧੁਨ ਨੂੰ ਸੁਣੋ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਫਿਰ ਨਾਲ ਇੱਕ ਗੱਲ ਹੋਰ ਕਹਿੰਦੇ ਆ, ਭਾਈ ਜੁਗਤ ਹੈ ਇਹ, ਮਨ ਰੱਖੀਐ ਭਾਉ। ਇਸ ਪਰਮ ਸ਼ਕਤੀ ਨਾਲ, ਪਰਮ ਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਜੋ ਪਰਮ ਸ਼ਕਤੀ ਹੈ,
इस दी सिफत सलाह, इस दा नाम गाओ, फिर सुनो। ते फिर गुरु साहब ये भी कहते हैं भी अपने मन दे विच इस परम शक्ति दे प्रति प्यार रखो, शरधा रखो, भावना रखो। जदों तुसी प्यार रखोगे ना मन दे विच ते गाओगे ते सुनोगे ते फिर की होएगा, गुरु की किरपा होएगी। दुख पर हर सुख घर लै जाए। जेड़ा गुरमुख प्यारा इस दा नाम सिमरन करेगा ना, उस दे जीवन दे विच दुखां दा त्याग हो जाएगा। भाव दुख उस दे जीवन चों निकल जाणगे और उस दे अंतर हिरदे दे विच, इस घर दे विच सुखां दी प्राप्ति हो जाएगी। और जिस गुरमुख प्यारे नूं सुखां दी प्राप्ति हो जाएगी, जिस रूह नूं सुखां दी प्राप्ति हो जाएगी, परमात्मा दी खुशी प्राप्त हो जाएगी, परमात्मा दा मान प्राप्त हो जाएगा। गुरु साहब कहते हैं वो गुरमुख हो जाता है। ते जदों गुरमुख हो जाता है, उस दे नाम सिमरन करन दी वजह करके उस गुरमुख दे 10वें द्वार दे विच नाद वजना शुरू हो जाता है और वह गुरमुख प्यारा नाद स्वरूप हो जाता है। भाव हमेशा ही उस दे 10वें द्वार दे विच नाद वजना शुरू हो जाता है। अगे गुरु साहब कहते हैं गुरमुख वेदं गुरमुख नादं गुरमुख वेदं गुरमुख रया समाई। हुण जदों ये गुरमुख प्यारा गुरमुख हो जाता है, ये नाद स्वरूप हो जाता है, ये 10वें द्वार दे विच नाद वजना शुरू हो जाता है। तो गुरु साहब एक होर भेद की गल दसदे है कि इस गुरमुख प्यारे नूं वेदां दा ज्ञान हो जाता है। भाव परमात्मा दी जो धर्म दी व्याख्या है, ज्ञान है, परमात्मा की करता है, परमात्मा कौन है, परमात्मा कित्थे रहिंदा है, परमात्मा ने सानू पैदा किवें कीता है, परमात्मा दी रूह जिहड़ी है वो परमपिता परमात्मा नूं किवें प्राप्त कर सकती है, इस नूं कहंदे आ वेद दा ज्ञान। ज्ञान ज्ञान प्रकाश गुरमुख प्यारे दे अंतर हिरदे दे विच हो जाता है। तो गुरु साहब कहंदे आ भाई फिर वो गुरमुख प्यारा जिहड़ा ना इस तरह नाल वाहिगुरू दा नाम सिमरन करदा होया नाद स्वरूप हो के वेद दा ज्ञान प्राप्त करके परमात्मा दे अपने हिरदे दे विच अपनी सुरती दे विच परमात्मा दे चरनां दे विच समाया रहिंदा है। गुरमुख रहा समाई, गुरमुख परमात्मा के चरणों के विच समाया रहिंदा है। तो फिर गुरु साहब बख्शिश करते हैं भाई गुर ईसर गुर गोरख गुर बर्मा गुर पार्वती माई। हुण गुरु साहब एक गल सानू होर बख्शिश करते हैं कि भाई जिहड़े गुर जिसनों असी ईसर कहने हैं, लोग आम संसार के लोग उसनों भगवान भी कहते हैं, पर भगवान पारब्रह्म परमेश्वर अलग है, ये उसके करिंदे है। गुर ईसर ईसर भाव विष्णु, गुर गोरख भाव गोरख, बर्मा ब्रह्मा, गुर पार्वती माई पार्वती भाव शिव जी की अर्धांगनी पार्वती माता। हुण गुरु साहब ये बख्शिश करते हैं भाई ये सारिया ने भी उस गुरु परम पिता परमेश्वर नूं जो पार ब्रह्म गुर परमेश्वर है उस नूं आख्या है ते उस तो ये मान प्राप्त किया है। जो इन्हों पदवियां मिलियां है ब्रह्मा विष्णु महेश नूं जां शिव जी नूं या विष्णु नूं, ये उस परमपिता परमात्मा के नाम सिमरन के सदका मिली, उस गुरु की सिमरना करके फिर इन्हों प्राप्त हुई। कहते गुरु साहब कहते भी भाई ये गुरु जड़ा है ना, इस ईश्वर भी भाव विष्णु भी यही है, परमपिता परमात्मा गोरख भी यही है, ब्रह्मा भी यही है और पार्वती माता भी जिहड़ी है यही है। सारे गुरु का रूप है, ये गुरु दे अगे कीते हुए अहलकार या करिंदे उस दी आग्या दे विच ये पदवी प्राप्त करके इस पदवी नूं प्राप्त होए है। गुरु साहिब परमपिता परमात्मा
ਅਕਾਲ ਪੁਰਖ ਸਰਬ ਸ੍ਰਿਸ਼ਟੀ ਦਾ ਕਰਤਾ ਜੋ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਉਸ ਨੂੰ ਕਿਹਾ ਜਾਂਦਾ ਹੈ, ਉਹ ਇਹਨਾਂ ਸਾਰਿਆਂ ਤੋਂ ਵੱਖਰਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰੂ ਸਾਹਿਬ ਕਹਿੰਦੇ ਆ, ਭਾਈ ਜੇ ਮੈਂ ਇਹ ਪਰਮਾਤਮਾ ਦਾ ਗਿਆਨ ਜੋ ਹੈ ਸਭ ਕੁਝ ਜਾਣ ਲਵਾਂ ਤੇ ਫਿਰ ਵੀ ਮੈਂ ਉਸ ਪਰਮਪਿਤਾ ਪਰਮਾਤਮਾ ਦੀ ਵਡਿਆਈ ਜਿਹੜੀ ਹੈ ਉਹ ਆਪਣੇ ਜ਼ੋਰ ਨਾਲ ਨਹੀਂ ਕਰ ਸਕਦਾ, ਕਿਉਂਕਿ ਇਹ ਉਸ ਦੀ ਵਡਿਆਈ ਜਿਹੜੀ ਇੰਨੀ ਬੇਅੰਤ ਹੈ, ਅਨੰਤ ਹੈ ਕਿ ਉਹ ਕਹਿਣ ਕਥਨ ਤੋਂ ਬਾਹਰ ਹੈ। ਉਹ ਕਥਾ ਹੈ, ਕਥੀ ਨਾ ਜਾਣ ਵਾਲੀ ਕਥਾ ਹੈ ਪਰਮਪਿਤਾ ਪਰਮਾਤਮਾ ਦੀ, ਜਿਹੜੀ ਕਿ ਕਿਸੇ ਨੇ ਵੀ ਅੱਜ ਤੱਕ ਉਸ ਦਾ ਭੇਦ ਨਹੀਂ ਪਾਇਆ। ਤੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਸਮਝਾਉਂਦੇ ਆ ਕਿ ਭਾਈ ਜੇ ਮੈਂ ਵੀ ਜਾਣ ਲਵਾਂ ਨਾ ਉਸ ਪਰਮਪਿਤਾ ਪਰਮਾਤਮਾ ਬਾਰੇ, ਕੁਝ ਜਾਣ ਲਵਾਂ, ਭੇਦ ਜਾਣ ਲਵਾਂ, ਤੇ ਗੁਰੂ ਸਾਹਿਬ ਕਹਿੰਦੇ ਆ ਮੈਂ ਕਹਿ ਨਹੀਂ ਸਕਦਾ, ਕਹਿਣਾ ਕਥਨ ਨਾ ਜਾਈ, ਕਿਉਂਕਿ ਇਹ ਕਹਿਣਾ ਕਿਹਾ ਨਹੀਂ ਜਾ ਸਕਦਾ। ਅਸਲ ਦੇ ਵਿੱਚ ਉਸ ਦੀ ਕਥਾ ਜਿਹੜੀ ਹੈ ਐਸੀ ਅਕਥ ਹੈ ਕਿ ਉਹ ਕਹੀ ਨਹੀਂ ਜਾ ਸਕਦੀ। ਪਰ ਹਾਂ, ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਹੈ ਕਿ ਜੇ ਅਸੀਂ ਉਸ ਪਰਮਪਿਤਾ ਪਰਮਾਤਮਾ ਨੂੰ ਬੇਨਤੀ ਕਰੀਏ, ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਗੁਰੂ ਸਾਹਿਬ ਨੇ ਕਿਹਾ ਹੈ, ਗੁਰਾ ਇੱਕ ਦੇ ਬੁਝਾਈ। ਹੇ ਗੁਰੂ, ਹੇ ਪਰਮਪਿਤਾ ਪਰਮਾਤਮਾ, ਹੇ ਕਾਲ ਪੁਰਖ ਅੰਤਰਜਾਮੀ, ਹੇ ਸਾਰੀ ਸ੍ਰਿਸ਼ਟੀ ਦੇ ਗੁਰੂ ਜਿਹੜੇ ਹੈ, ਪਵਨ ਗੁਰੂ, ਸ਼ਬਦ ਗੁਰੂ, ਕਿਰਪਾ ਕਰੋ ਮੈਨੂੰ ਇੱਕ ਗੱਲ ਇਹ ਬੁਝਾ ਦੇਵੋ। ਇਹ ਬੇਨਤੀ ਅਸੀਂ ਕਰੀਏ, ਹੇ ਸੱਚੇ ਪਾਤਸ਼ਾਹ ਮੈਨੂੰ ਇੱਕ ਗੱਲ ਬੁਝਾ ਦੇਵੋ ਕਿ ਗੁਰੂ ਸਾਹਿਬ ਕਹਿੰਦੇ ਆ, ਸਭਨਾ ਜੀਆਂ ਕਾ ਇੱਕ ਦਾਤਾ। ਮੈਨੂੰ ਇਹ ਸਮਝ ਆ ਜਾਵੇ ਕਿ ਸਾਰੇ ਸੰਸਾਰ ਦੇ ਜਿੰਨੇ ਵੀ ਜੀਵ ਹੈ, ਸਭ ਦਾ ਪਾਲਕ ਜਿਹੜਾ ਹੈ, ਸਭ ਦਾ ਦਾਤਾ ਜਿਹੜਾ ਹੈ, ਉਹ ਇੱਕ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹੈ, ਜੋ ਸ਼ਬਦ ਸਰੂਪ ਹੈ, ਜੋ ਪ੍ਰਕਾਸ਼ ਸਰੂਪ ਹੈ, ਜੋ ਸ੍ਰਿਸ਼ਟੀ ਦਾ ਕਰਤਾ ਹੈ। ਉਹ ਸਭਨਾ ਜੀਆਂ ਕਾ ਇੱਕ ਹੀ ਦਾਤਾ ਹੈ। ਗੁਰੂ ਸਾਹਿਬ ਨੇ ਕਿਹਾ ਇੱਕ ਓੰਕਾਰ, ਉਹ ਇੱਕ ਓੰਕਾਰ ਹੀ ਸਾਰੀ ਸ੍ਰਿਸ਼ਟੀ ਨੂੰ ਪਾਲਦਾ। ਸੱਚੇ ਪਾਤਸ਼ਾਹ ਮੈਨੂੰ ਇਹ ਗੱਲ ਸਮਝਾ ਦਿਓ, ਤੇ ਸੱਚੇ ਪਾਤਸ਼ਾਹ ਨਾਲ ਕਿਰਪਾ ਇਹ ਵੀ ਕਰ ਦਿਓ, ਸੋ ਮੈਂ ਵਿਸਰ ਨਾ ਜਾਈ। हे ਪਰਮਪਿਤਾ ਪਰਮਾਤਮਾ, ਉਹ ਮੇਰੇ ਹਿਰਦੇ ਚੋਂ ਤੇਰਾ ਨਾਮ ਜੋ ਹੈ ਉਹ ਵਿਸਰ ਨਾ ਜਾਵੇ, ਮੈਂ ਤੈਨੂੰ ਹਮੇਸ਼ਾ ਯਾਦ ਕਰਦਾ ਰਵਾਂ। ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿੱਥੇ ਆਪ ਬੇਨਤੀ ਲਾਈ ਆ ਪਰਮਪਿਤਾ ਪਰਮਾਤਮਾ ਨੂੰ, ਉੱਥੇ ਸਾਨੂੰ ਵੀ ਇਹ ਸਮਝਾਇਆ, ਭਾਈ ਗੁਰਮੁਖ ਪਿਆਰਿਓ, ਇਸ ਤਰ੍ਹਾਂ ਨਾਲ ਸਮਝ ਕਰਕੇ ਤੁਸੀਂ ਬੇਨਤੀ ਲਾਇਆ ਕਰੋ ਪਰਮਪਿਤਾ ਪਰਮਾਤਮਾ ਨੂੰ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਅੱਗੇ ਅਗਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਕਿ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦਾ ਚੱਲਣ ਹੋ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ ਲੋਕ ਕਰਮ ਕਰਦੇ ਹੈ, ਕਿਸ ਤਰ੍ਹਾਂ ਤੇ ਤੀਰਥਾਂ ਤੇ ਇਸ਼ਨਾਨ ਕਰਕੇ ਉਹਨਾਂ ਨੂੰ ਇੱਕ ਭਰਮ ਲੱਗਿਆ ਹੋਇਆ ਕਿ ਅਸੀਂ ਪਰਮਪਿਤਾ ਪਰਮਾਤਮਾ ਨੂੰ ਪਾ ਲਵਾਂਗੇ, ਸਾਡੀ ਰੂਹ ਨਿਰਮਲ ਹੋ ਜਾਏਗੀ, ਸਾਡਾ ਜਿਹੜਾ ਹੈ ਤੀਰਥਾਂ ਤੇ ਨਹਾਉਣਾ ਸਫਲ ਹੋ ਜਾਏਗਾ, ਸਾਡੀ ਆਤਮਾ ਜਿਹੜੀ ਆ ਉਹ ਸ਼ੁੱਧ ਹੋ ਜਾਏਗੀ। ਪਰ ਗੁਰੂ ਸਾਹਿਬ ਸਮਝਾਉਂਦੇ ਆ ਸਾਨੂੰ, ਕੀ ਕਹਿੰਦੇ ਆ, ਤੀਰਥ ਨਾਵਾ ਜੇ ਤਿਸ ਪਾਵਾ, ਬਿਨ ਪਾਣੇ ਕੇ ਨਾਏ ਕਰੀ, ਜੇ ਧੀ ਸਿਰ ਠੋ ਪਾਈ, ਵੇਖਾ ਬਿਨ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਅੱਜ ਤੋਂ 553 ਸਾਲ ਪਹਿਲਾਂ
ਇਸ ਸੰਸਾਰ ਦੇ ਉੱਤੇ ਪ੍ਰਗਟ ਹੋਏ ਤੇ ਉਸ ਸਮੇਂ ਦਾ ਚਲਣ ਸੰਸਾਰ ਦਾ ਇਹ ਸੀ, ਸੰਸਾਰ ਨੂੰ ਇੱਕ ਭਰਮ ਲੱਗਿਆ ਹੋਇਆ ਸੀ ਕਿ ਅਸੀਂ ਤੀਰਥ ਨਹਾ ਲਏ ਤੇ ਸਾਡਾ ਜਿਹੜਾ ਮਨ ਜਿਹੜਾ ਹੈ, ਸਾਡੀ ਰੂਹ ਜਿਹੜੀ ਹੈ ਉਹ ਨਿਰਮਲ ਹੋ ਜਾਏਗੀ, ਸਾਡੇ ਪਾਪ ਕਰਮ ਜਿਹੜੇ ਆ ਉਹ ਖਤਮ ਹੋ ਜਾਣਗੇ। ਪਰ ਗੁਰੂ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਸਹੀ ਰਸਤਾ ਸਮਝਾ ਰਹੇ ਆ। ਕੀ ਕਹਿੰਦੇ ਆ? ਤੀਰਥ ਨਾਵਾ ਜੇ ਤਿਸ ਪਾਵਾਂ। ਕਹਿੰਦੇ ਵੀ ਤੀਰਥ ਨਹਾਉਣਾ ਜਿਹੜਾ ਹੈ ਨਾ, ਉਹ ਤੀਰਥ ਮੈਂ ਤਾਂ ਨਹਾਵਾਂ ਜੇ ਪਰਮਾਤਮਾ ਨੂੰ ਭਾ ਜਾਵਾਂ, ਭਾਵ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਜਾਵਾਂ, ਪਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ। ਤੇ ਜੇ ਤੀਰਥ ਨਹਾਤਿਆਂ ਪਰਮਾਤਮਾ ਨੂੰ ਚੰਗਾ ਹੀ ਨਹੀਂ ਲੱਗਿਆ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਬਿਨ ਭਾਣੇ ਕੇ ਨਹਾਏ ਕਰੀ। ਫਿਰ ਬਿਨਾ ਪਰਮਾਤਮਾ ਦੇ ਭਾਇਆ ਨਹਾਉਣ ਦਾ ਕੀ ਫਾਇਦਾ, ਕੀ ਕਰੇਗਾ ਤੂੰ ਨਹਾ ਕੇ? ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ, ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਹਾਏ ਕਰੀ। ਇਸ ਕਰਕੇ ਮੈਂ ਮਤਲਬ ਕਿਉਂਕਿ ਪ੍ਰਮਾਤਮਾ ਨੂੰ ਤੀਰਥ ਨਹਾਤਿਆਂ ਨਹੀਂ ਚੰਗਾ ਲੱਗਦਾ, ਇਸ ਕਰਕੇ ਮੈਂ ਤੀਰਥ ਨਹੀਂ ਨਹਾਉਂਦਾ। ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਆ? ਜੇਤੀ ਸਿਰ ਠਿਓ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ। ਹੁਣ ਗੁਰੂ ਸਾਹਿਬ ਇੱਕ ਭੇਦ ਦੀ ਗੱਲ ਸਮਝਾਉਂਦੇ ਆ ਕਿ ਜਿੰਨੀ ਉਸ ਪਰਮ ਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਜਦੋਂ ਉਸ ਨੂੰ, ਉਸ ਦੇ ਕਰਮਾਂ ਨੂੰ, ਉਸ ਦੇ ਚੱਲਣ ਨੂੰ, ਉਸ ਦੇ ਵਾਤਾਵਰਣ ਨੂੰ ਵੇਖਿਆ ਜਾਂਦਾ ਹੈ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਬਿਨ ਕਰਮਾ ਕੇ ਮਿਲੇ ਲਈ। ਭਾਵ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਉਹ ਪਰਮਪਿਤਾ ਪਰਮਾਤਮਾ ਤੀਰਥ ਨਹਾਤਿਆਂ ਨਹੀਂ ਖੁਸ਼ ਹੁੰਦਾ। ਉਹ ਤਾਂ ਜਦੋਂ ਅਸੀਂ ਕਰਮ ਕਰਦੇ ਹਾਂ ਨਾ, ਚੰਗੇ ਕਰਮ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ ਤੇ ਉਦੋਂ ਖੁਸ਼ ਹੁੰਦਾ ਹੈ। ਤੇ ਕਰਮਾਂ ਦੇ ਨਾਲ ਹੀ ਉਸ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੁੰਦੀ ਹੈ, ਖੁਸ਼ੀ ਸਾਨੂੰ ਪ੍ਰਾਪਤ ਹੁੰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਬਿਨ ਕਰਮਾ ਕੇ ਮਿਲੇ ਲਈ। ਜੇ ਕਰਮ ਹੀ ਨਹੀਂ ਕਿਸੇ ਨੇ ਕੀਤੇ ਤੇ ਫਿਰ ਕਿਸੇ ਨੂੰ ਕੀ ਮਿਲੇਗਾ? ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਹੁਣ ਅੱਗੇ ਗੁਰੂ ਸਾਹਿਬ ਕਰਦੇ ਆ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਭਾਈ ਜੇ ਕਿਤੇ ਅਸੀਂ ਉਸ ਸ੍ਰਿਸ਼ਟੀ ਦੇ ਕਰਤਾ ਦਾ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ, ਸਰਬ ਸ਼ਕਤੀਮਾਨ ਜੋ ਜੋਤ ਸਰੂਪ, ਸ਼ਬਦ ਸਰੂਪ, ਪ੍ਰਕਾਸ਼ ਸਰੂਪ ਸ਼ਕਤੀ ਹੈ, ਜੇ ਉਸ ਗੁਰੂ ਦੀ, ਸਾਰੀ ਸ੍ਰਿਸ਼ਟੀ ਦਾ ਗੁਰੂ ਹੈ ਪਵਨ ਗੁਰੂ, ਤੇ ਜੇ ਕਿਤੇ ਉਸ ਦੀ ਅਸੀਂ ਇੱਕ ਸਿੱਖਿਆ ਜੇ ਅਸੀਂ ਕੰਨ ਦੇ ਵਿੱਚ ਧਰ ਲਈ, ਸੁਣ ਲਈ, ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਸਾਡੀ ਮੱਤ ਦੇ ਵਿੱਚ ਐਸੀਆਂ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ ਕਿ ਸਾਡੀ ਮੱਤ ਦੇ ਵਿੱਚ ਗੁਣਾਂ ਦੇ ਭਰਪੂਰੀ ਹੋ ਜਾਂਦੀ ਹੈ। ਐਸੇ ਗੁਣ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਕਿ ਰਤਨ ਜਵਾਹਰਾਂ ਤੋਂ ਵੀ ਕੀਮਤੀ ਹੁੰਦੇ ਆ, ਮਾਣਕਾਂ ਤੋਂ ਵੀ ਕੀਮਤੀ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਆ, ਮੱਤ ਵਿੱਚ ਰਤਨ ਜਵਾਹਰ ਮਾਣਕ ਇਹ ਪੈਦਾ ਹੋ ਜਾਂਦੇ ਆ ਕਦੋਂ? ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਇੱਕ ਗੁਰੂ ਪਰਮਪਿਤਾ ਪਰਮਾਤਮਾ ਅਕਾਲ ਪੁਰਖ ਦੀ ਅਸੀਂ ਸਿੱਖਿਆ ਨੂੰ ਸੁਣ ਲਿਆ ਤੇ ਸਾਡੀ ਮੱਤ ਦੇ ਵਿੱਚ ਅਨੇਕ ਹੀ ਰਤਨਾਂ ਦੇ, ਜਵਾਹਰਾਂ ਦੇ, ਮਾਣਕਾਂ ਦੇ ਜਿਹੜੇ ਪਦਾਰਥ ਹੈ, ਮਾਣਕ ਹੈ, ਜਿਹੜੇ ਹੀਰੇ ਜਵਾਹਰਾਤ ਜਿਹੜੇ ਹੈ ਉਹ ਪੈਦਾ ਹੋ ਜਾਂਦੇ ਆ। ਭਾਵ ਇੰਨੇ ਗੁਣ ਪੈਦਾ ਹੋ ਜਾਂਦੇ ਆ ਜੇ ਅਸੀਂ ਇੱਕ ਗੁਰੂ ਦੀ, ਇੱਕ ਪਰਮਪਿਤਾ ਪਰਮਾਤਮਾ ਦੀ, ਇੱਕ ਅਕਾਲ ਪੁਰਖ ਦੀ ਸਿੱਖਿਆ ਨੂੰ, ਭਾਵ ਧਰਮ ਦੀ ਜੋ ਸਿਧਾਂਤ ਹੈ ਪਰਮਾਤਮਾ ਦਾ, ਜਿਸ ਨੂੰ ਅਸੀਂ ਗੁਰਮਤਿ ਕਹਿੰਦੇ ਹਾਂ, ਜੇ ਉਹ ਸਰਵਣ ਕਰ ਲਈ ਤੇ ਸਾਡੀ ਬਖਸ਼ਿਸ਼ ਜਿਹੜੀ ਹੈ, ਮੱਤ ਜਿਹੜੀ ਹੈ ਉਹ ਰਤਨਾਂ ਜਵਾਹਰਾਂ ਦੇ ਨਾਲ ਭਰਪੂਰ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਇਸ ਕਰਕੇ ਭਾਈ ਸੰਸਾਰ ਦੇ ਲੋਕੋ, ਤੁਸੀਂ ਉਸ ਪਰਮਪਿਤਾ ਪਰਮਾਤਮਾ ਨੂੰ, ਜੋ ਪਵਨ ਗੁਰੂ ਹੈ, ਅਕਾਲ ਪੁਰਖ ਹੈ, ਪਾਰ ਬ੍ਰਹਮ ਗੁਰ ਪਰਮੇਸ਼ਰ ਹੈ, ਉਸ ਨੂੰ ਇੱਕ ਬੇਨਤੀ ਕਰਿਆ ਕਰੋ, ਗੁਰਾ ਇੱਕ ਦੇ ਬੁਝਾਈ। ਹੇ ਗੁਰੂ, ਹੇ ਪਰਮਪਿਤਾ ਪਰਮਾਤਮਾ, ਹੇ ਅਕਾਲ ਪੁਰਖ ਅੰਤਰਜਾਮੀ, ਮੈਨੂੰ ਇੱਕ ਗੱਲ ਸਮਝਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮੈਨੂੰ ਸਮਝ ਦੇ ਦੇ ਕਿ ਮੇਰੇ ਕੀਤਿਆਂ ਕੁਛ ਨਹੀਂ ਹੋਣ ਵਾਲਾ, ਮੇਰੇ ਜ਼ੋਰ ਕੀਤਿਆਂ ਕੁਛ ਨਹੀਂ ਹੁੰਦਾ,
ਜੋ ਤੂੰ ਕਰ ਰਿਹਾ ਹੈ ਸੱਚੇ ਪਾਤਸ਼ਾਹ ਉਹੀ ਹੁੰਦਾ ਹੈ ਕਿ ਸਭਨਾ ਜੀਆਂ ਸਾਰਿਆਂ ਜੀਆਂ ਨੂੰ ਤੂੰ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਸਾਰਿਆਂ ਜੀਆਂ ਨੂੰ ਤੂੰ ਪਾਲਣ ਵਾਲਾ ਹੈ ਸੱਚੇ ਪਾਤਸ਼ਾਹ। ਮੈਨੂੰ ਇੱਕ ਗੱਲ ਦੀ ਇਹ ਸਮਝ ਦੇ ਦੇ। ਔਰ ਇਹ ਵੀ ਨਾਲ ਬੇਨਤੀ ਹੈ ਸੱਚੇ ਪਾਤਸ਼ਾਹ ਕਿ ਸੋ ਮੈਂ ਵਿਸਰ ਨਾ ਜਾਈ, ਉਹ ਪਰਮਪਿਤਾ ਪਰਮਾਤਮਾ ਜੋ ਸਾਰਿਆਂ ਨੂੰ ਪਾਲਦਾ ਹੈ, ਜੋ ਸਾਰਿਆਂ ਦਾ ਦਾਤਾ ਹੈ, ਉਹ ਮੇਰੇ ਮਨ ਤੋਂ ਵਿਸਰ ਨਾ ਜਾਵੇ, ਇਹ ਬਖਸ਼ਿਸ਼ ਕਰਿਓ ਸੱਚੇ ਪਾਤਸ਼ਾਹ। ਇਸ ਤਰ੍ਹਾਂ ਦੀ ਬੇਨਤੀ ਅਸੀਂ ਹਰ ਰੋਜ਼ ਲਾਉਂਦੇ ਰਹੀਏ। ਭਾਈ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਆ ਜਪਜੀ ਸਾਹਿਬ ਦੇ ਵਿੱਚ, ਇਸ ਪੌੜੀ ਦੇ ਵਿੱਚ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਭਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੀ ਤਾ ਬਾਤ ਨ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਕਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤਿਹਾ ਕੋਏ ਨਾ ਸੁਜੀ, ਜੇ ਤਿਸ ਗੁਣ ਕੋਏ ਕਰੇ, ਤਿਹਾ ਕੋਏ ਨਾ ਸੁਜੀ, ਜੇ ਤਿਸ ਗੁਣ ਕੋਏ ਕਰੇ। ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇੱਕ ਭੇਦ ਦੀਆਂ ਗੱਲਾਂ ਹੋਰ ਅੱਗੇ ਜਾ ਕੇ ਦੱਸਦੇ ਆ। ਗੁਰੂ ਸਾਹਿਬ ਕਹਿੰਦੇ ਆ, ਭਾਈ ਜੇ ਸੰਸਾਰ ਦੇ ਵਿੱਚ ਕੋਈ ਐਸੀ ਆਰਜਾ ਵਾਲਾ ਮਨੁੱਖ ਹੋ ਜਾਵੇ ਕਿ ਉਸ ਦੀ ਆਰਜਾ ਜਿਹੜੀ ਹੈ, ਜੇ ਜੁਗ ਚਾਰੇ ਆਰਜਾ, ਚਾਰਾਂ ਯੁੱਗਾਂ ਦੇ ਬਰਾਬਰ, ਭਾਵ ਸਤਜੁਗ, ਤ੍ਰੇਤਾ, ਦੁਆਪਰ ਔਰ ਕਲਯੁਗ, ਇਹਨਾਂ ਚਾਰਾਂ ਯੁੱਗਾਂ ਦੇ ਬਰਾਬਰ ਕਿਸੇ ਦੀ ਉਮਰ ਹੋ ਜਾਵੇ ਤੇ ਗੁਰੂ ਸਾਹਿਬ ਕਹਿੰਦੇ ਇਸ ਤੋਂ ਵੀ ਹੋਰ 10 ਗੁਣਾ। ਹੁਣ ਕਲਯੁਗ ਜਿਹੜਾ 4,32,000 ਸਾਲ ਦਾ ਹੈ, ਦੁਆਪਰ ਉਸ ਤੋਂ ਦੂਣਾ ਸੀ, ਤ੍ਰੇਤਾ ਉਸ ਤੋਂ ਦੂਣਾ ਸੀ, ਔਰ ਸਤਜੁਗ ਜਿਹੜਾ ਸੀ ਉਸ ਤੋਂ ਵੀ ਡਬਲ ਸੀ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹਨਾਂ ਯੁੱਗਾਂ ਦੀ ਵੀ 10 ਗੁਣਾ ਉਮਰ ਕਿਸੇ ਦੀ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਐਸੀ ਉਮਰ ਹੋ ਜਾਵੇ 10 ਗੁਣਾ, ਐਡੀ ਲੰਮੀ ਹੋ ਜਾਵੇ, ਯੁਗਾਂ ਦੇ ਵੀ 10 ਗੁਣਾ ਹੋ ਜਾਵੇ। ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਉਹ ਐਸਾ ਹੋਵੇ ਕਿ ਨਵਾਂ ਖੰਡਾਂ ਦੇ ਵਿੱਚ, 9 ਖੰਡ ਪ੍ਰਿਥਵੀ ਦੇ ਵਿੱਚ, ਭਾਵ ਸਾਰੇ ਸੰਸਾਰ ਦੇ ਵਿੱਚ ਉਹਨੂੰ ਲੋਕ ਜਾਣਦੇ ਹੋਣ ਤੇ ਸਾਰੇ ਸੰਸਾਰ ਦੇ ਲੋਕ ਉਹਦੇ ਨਾਲ ਚੱਲਣ ਨੂੰ ਤਿਆਰ ਹੋਣ, ਜੋ ਉਹ ਹੁਕਮ ਕਰੇ ਉਸ ਨੂੰ ਮੰਨਣ ਨੂੰ ਤਿਆਰ ਹੋਣ, ਨਾਲ ਚੱਲੇ ਸਭ ਕੋਈ, ਭਾਵ ਜੋ ਵੀ ਉਹ ਕਹੇ ਉਸ ਨੂੰ ਸਤ ਬਚਨ ਕਰਕੇ ਮੰਨਣ ਤੇ ਉਹਦੇ ਹਰ ਕੰਮ ਦੇ ਵਿੱਚ ਸ਼ਾਮਲ ਹੋਣ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਭਾਈ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ, ਸਾਰੇ ਸੰਸਾਰ ਦੇ ਲੋਕ ਉਸ ਦੇ ਨਾਲ ਚੱਲਣ। ਤੇ ਫਿਰ ਗੁਰੂ ਸਾਹਿਬ ਇੱਕ ਹੋਰ ਬਖਸ਼ਿਸ਼ ਕਰਦੇ ਆ ਵੀ ਜੋ ਬਹੁਤ ਵਧੀਆ ਨਾਮ ਰਖਾ ਲਵੇ, ਬਹੁਤ ਸੋਹਣਾ ਨਾਮ ਰਖਾ ਲਵੇ, ਚੰਗਾ ਨਾਮ ਰਖਾਏ ਗਏ। ਅਮੂਮਨ ਵੱਡੇ ਵਡੇਰੇ ਲੋਕ ਜਿਹੜੇ ਆ ਨਾ, ਜੋ ਆਪਣੇ ਜੀਵਨ ਦਾ ਪਹਿਲਾ ਨਾਮ ਹੁੰਦਾ ਹੈ, ਜਦੋਂ ਉਹਨਾਂ ਨੂੰ ਖਿਆਤੀ ਪ੍ਰਾਪਤ ਹੋ ਜਾਂਦੀ ਹੈ, ਜਦੋਂ ਉਹਨਾਂ ਨੂੰ ਪਾਵਰ ਪ੍ਰਾਪਤ ਹੋ ਜਾਂਦੀ ਹੈ, ਉਦੋਂ ਆਪਣਾ ਨਾਮ ਬਦਲ ਕੇ ਕੁਝ ਹੋਰ ਸੋਹਣਾ ਜਿਹਾ ਰਖਾ ਲੈਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਚੰਗਾ ਨਾਮ ਰਖਾਏ ਕੇ, ਇਸ ਤਰ੍ਹਾਂ ਦਾ ਕੋਈ ਚੰਗਾ ਨਾਮ ਕੋਈ ਰਖਾ ਲਵੇ ਤੇ ਜਸ ਕੀਰਤ ਜਗ ਲੈ, ਭਾਵ ਪਰਮਾਤਮਾ ਦੀ ਰਜਾ ਤੋਂ ਬਾਹਰ ਹੀ ਆਪਣੀ ਮਰਜ਼ੀ ਨਾਲ ਜਗ ਚੰਗਾ ਨਾਮ ਰਖਾ ਕੇ ਤੇ ਸਾਰੇ ਜਗ ਤੋਂ ਜਸ ਪ੍ਰਾਪਤ ਕਰ ਲਵੇ, ਸਾਰੇ ਜਗ ਦੀ ਵਡਿਆਈ ਜਿਹੜੀ ਹੈ ਕੋਈ ਆਪਣਾ ਸੋਹਣਾ ਨਾਮ ਰਖਾ ਕੇ ਪ੍ਰਾਪਤ ਕਰ ਲਵੇ। ਤੇ ਗੁਰੂ ਸਾਹਿਬ ਕਹਿੰਦੇ ਆ ਜੇ ਤਿਸ ਨਦਰ ਨ ਆਵੀ ਤਾਂ ਪਾਤ ਨ ਪੁੱਛੈ ਕੇ,
ਜੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਆਰਜਾ 10 ਗੁਣੀ ਹੋ ਗਈ ਯੁਗਾਂ ਦੀ, ਤੇ ਸਾਰੇ ਸੰਸਾਰ ਦੇ ਲੋਕ ਉਸ ਦੇ ਨਾਲ ਚੱਲਦੇ ਹੋਣ ਔਰ ਉਹ ਚੰਗਾ ਨਾਮ ਰਖਾ ਕੇ ਵਾਵਾ ਵਾਵਾ ਸੰਸਾਰ ਤੋਂ ਕੀਰਤੀ ਪ੍ਰਾਪਤ ਕਰ ਲਵੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਪ੍ਰਮਾਤਮਾ ਨੂੰ ਇਹ ਨਹੀਂ ਭਾਇਆ ਨਾ, ਪ੍ਰਮਾਤਮਾ ਦੀ ਨਿਦਰ ਨਾ ਹੋਈ ਉਸ ਤੇ, ਪ੍ਰਮਾਤਮਾ ਦੀ ਕਿਰਪਾ ਨਾ ਹੋਈ ਉਸ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਬਾਤ ਨਾ ਪੁੱਛੈ ਕਿ ਜੇ ਤਿਸ ਨਦਰ ਨਾ ਆਵੀ, ਬਾਤ ਨਾ ਪੁੱਛੈ ਕਿ, ਤੇ ਅੱਗੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ ਵੀ ਉਸ ਬੰਦੇ ਨਾਲ ਫਿਰ ਹਾਲ ਕੀ ਹੁੰਦਾ ਹੈ। ਜੇ ਉਸਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਨ ਕੀਤਾ, ਪ੍ਰਮਾਤਮਾ ਦੀ ਕਿਰਪਾ ਨਹੀਂ ਪ੍ਰਾਪਤ ਕੀਤੀ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕੀ ਹੁੰਦਾ ਹੈ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਉਹ ਪਰਮਪਿਤਾ ਪਰਮਾਤਮਾ ਐਸੇ ਬੰਦੇ ਨੂੰ ਕੀ ਕਰਦਾ ਹੈ ਕਿ ਜਿਵੇਂ ਕੀਟ ਹੁੰਦੇ ਆ ਨਾ, ਕੀੜੇ ਮਕੌੜੇ, ਛੋਟੇ ਛੋਟੇ ਜੀਵ, ਗੰਦਗੀ ਦੇ ਵਿੱਚ ਪੈਦਾ ਹੋਣ ਵਾਲੇ, ਧਰਤੀ ਦੇ ਵਿੱਚ ਪੈਦਾ ਹੋਣ ਵਾਲੇ, ਪਸੀਨੇ ਦੇ ਵਿੱਚ ਪੈਦਾ ਹੋਣ ਵਾਲੇ ਐਸੇ ਕੀਟ ਜਿਨ੍ਹਾਂ ਨੂੰ ਕੋਈ ਦੇਖ ਕੇ ਰਾਜੀ ਨਹੀਂ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਕੀਟਾਂ ਅੰਦਰ ਕੀਟ, ਐਸੇ ਕੀਟ ਪੈਦਾ ਕਰ ਬਣਾ ਦਿੰਦਾ ਉਹਨਾਂ ਨੂੰ ਵੀ ਕੀਟਾਂ ਅੰਦਰ, ਕੀੜਿਆਂ ਦੇ ਵਿੱਚ ਵੀ ਕੀੜੇ ਜ਼ਖਮ ਪਾ ਕੇ, ਜਿਵੇਂ ਆਮ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ, ਅਮੂਮਨ ਸਾਡੇ ਸੰਸਾਰ ਦੇ ਲੋਕਾਂ ਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਕੁੱਤਾ ਜਿਹੜਾ ਹੁੰਦਾ ਹੈ ਨਾ, ਕੁੱਤੇ ਦੇ ਜ਼ਖਮ ਹੋ ਜਾਂਦਾ ਹੈ ਔਰ ਉਹ ਜ਼ਖਮ ਜਿਹੜਾ ਹੈ ਉਹਦੇ ਵਿੱਚ ਐਸੀ ਅਵਸਥਾ ਬਣਦੀ ਹੈ ਕਿ ਉਹ ਕੀੜੇ ਪੈਦਾ ਹੋ ਜਾਂਦੇ ਉਸ ਦੇ ਵਿੱਚ। ਕੁੱਤਾ ਵੀ ਕੀਟ ਹੈ ਔਰ ਉਸ ਦੇ ਅੰਦਰ ਕੀੜੇ ਪੈ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਆ ਵੀ ਐਸੇ ਮਨੁੱਖ ਨੂੰ ਜੇ ਪਰਮਾਤਮਾ ਦੀ ਕਿਰਪਾ ਪ੍ਰਾਪਤ ਨਹੀਂ ਹੈ ਨਾ, ਤੇ ਉਹ ਪਰਮਪਿਤਾ ਪਰਮਾਤਮਾ ਕੀਟਾਂ ਦੇ ਵਿੱਚ ਕੀਟ ਬਣਾ ਕੇ, ਜੇ ਪਰਮਾਤਮਾ ਦਾ ਕੋਈ ਦੋਸ਼ੀ ਰੂਹ ਜਿਹੜੀ ਹੈ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ, ਦੋਸ਼ੀ ਨੂੰ ਉਹ ਦੋਸ਼ ਧਰ ਦਿੰਦਾ ਹੈ ਕਿ ਤੂੰ ਇਹ ਦੋਸ਼ ਕੀਤਾ ਹੈ, ਇਸ ਕਰਕੇ ਤੈਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ ਕਿ ਤੈਨੂੰ ਕੀੜਿਆਂ ਦੇ ਅੰਦਰ ਕੀੜਾ ਬਣਾ ਕੇ ਤੈਨੂੰ ਜੀਵਨ ਦਿੱਤਾ ਹੈ। ਇਹ 84 ਲੱਖ ਜੂਨੀਆਂ ਦਾ ਖੇਲ ਹੈ। ਇਹ 84 ਜਿਹੜੀ ਹੈ, ਇਹ ਜੂਨ ਜਿਹੜੀ ਹੈ ਤੈਨੂੰ ਭੋਗਣੀ ਪੈਣੀ ਹੈ। ਭਾਵ ਪਰਮਾਤਮਾ, ਜੋ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਜੋ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦਾ, ਜੋ ਵਡਿਆਈ ਕਰਦਾ ਹੈ, ਜਸ ਦੀ ਵਡਿਆਈ ਲੈ ਲੈਂਦਾ ਹੈ, ਆਪਣਾ ਬਹੁਤ ਸੋਹਣਾ ਨਾਮ ਰਖਾ ਕੇ, ਉਹਦੀ ਕਿਸੇ ਦੀ ਆਰਜਾ ਬਹੁਤ 10 ਗੁਣਾ ਯੁਗਾਂ ਤੋਂ ਵੀ ਵੱਡੀ ਹੋ ਜਾਂਦੀ ਹੈ, ਤੇ ਉਹਦੇ ਨਾਲ ਅਨੇਕਾਂ ਲੋਕ ਚੱਲਦੇ ਆ, ਪਰ ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਸਿਮਰਨ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ ਆ ਵੀ ਉਸ ਨੂੰ 84 ਲੱਖ ਜੂਨੀਆਂ ਦੇ ਵਿੱਚੋਂ ਐਸੀ ਜੂਨ ਦਿੰਦਾ ਕਿ ਕੀੜਿਆਂ ਦੇ ਵਿੱਚ ਕੀਟ ਬਣਾ ਕੇ ਉਸ ਨੂੰ ਇੱਕ ਜੂਨ ਬਖਸ਼ ਦਿੰਦਾ ਹੈ, ਔਰ ਉਹ ਉਸ ਜੂਨ ਦੇ ਵਿੱਚ ਹੀ ਤੜਫਦਾ, ਕਰਲਾਉਂਦਾ, ਬੁਖਲਾਉਂਦਾ, ਔਰ ਇੱਥੋਂ ਤੱਕ ਕਿ ਜਲਦਾ ਭੁੱਜਦਾ, ਮਤਲਬ ਉਹ ਜੀਵਨ ਜਿਉਂਦਾ ਹੈ। ਐਸੀ ਰੂਹ ਨੂੰ ਇਹ ਪਰਮਾਤਮਾ ਦੋਸ਼ੀ ਰੂਹ ਨੂੰ ਦੋਸ਼ ਧਰ ਦਿੰਦਾ, ਦੋਸ਼ ਲਗਾ ਦਿੰਦਾ, ਸਜ਼ਾ ਲਗਾ ਦਿੰਦਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ। ਪਰਮਾਤਮਾ ਦਾ ਇਹ ਖੇਲ ਨਹੀਂ ਹੈ ਕਿ ਕਿਸੇ ਨੂੰ ਸਜ਼ਾ ਲਾ ਕੇ 84 ਲੱਖ ਜੂਨੀ ਦੇ ਵਿੱਚ ਪਾ ਕੇ ਸਜ਼ਾ ਲਾ ਦੇਵੇ। ਇਹ ਤਾਂ ਸਜ਼ਾ ਤਾਂ ਸਾਨੂੰ 84 ਲੱਖ ਜੂਨੀਆਂ ਦੀ ਸਾਡੇ ਕਰਮਾਂ ਦੇ ਮੁਤਾਬਕ ਮਿਲਦੀ ਹੈ। ਬਿਨ ਕਰਮਾਂ ਕੇ ਮੇਲੇ ਲਈ, ਕਰਮਾਂ ਬਿਨਾਂ ਕੁਝ ਨਹੀਂ ਮਿਲਦਾ। ਜੋ ਅਸੀਂ ਕਰਮ ਕਰਦੇ ਹਾਂ, ਜੇ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਔਰ ਪ੍ਰਮਾਤਮਾ ਦੀ ਵਡਿਆਈ ਤੋਂ ਅਸੀਂ ਬਾਹਰ ਹੀ ਰਹੇ ਔਰ ਆਪਣੇ ਹਉਮੈ ਹੰਕਾਰ ਦੇ ਕਰਮ ਕੀਤੇ ਹੈ, ਸੰਸਾਰ ਦੇ ਵਿੱਚ ਬਹੁਤ ਮਤਲਬ ਅਸੀਂ ਜਸ ਕੀਤਾ ਹੈ, ਪਰ ਪ੍ਰਮਾਤਮਾ ਦਾ ਨਾਮ ਨਹੀਂ ਕੀਤਾ, ਪ੍ਰਮਾਤਮਾ ਦਾ ਜਸ ਨਹੀਂ ਕੀਤਾ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹਨਾਂ ਨੂੰ ਦੋਸ਼ੀ, ਉਹਨਾਂ ਨੂੰ ਤਾਂ ਦੋਸ਼ ਧਰਦਾ ਹੈ, ਪਰ ਪ੍ਰਮਾਤਮਾ ਕਿਸੇ ਨੂੰ ਵੈਸੇ ਦੋਸ਼ ਨਹੀਂ ਦਿੰਦਾ। ਪ੍ਰਮਾਤਮਾ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਨਿਰਗੁਣਿਆ ਗੁਣ ਕਰੇ, ਜਿਨ੍ਹਾਂ ਕੋਲ ਗੁਣ ਨਹੀਂ ਹੁੰਦੇ। ਤੇ ਜੇ ਕਿਤੇ ਉਹ ਪਰਮਾਤਮਾ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਫਿਰ ਉਹ ਪਰਮਪਿਤਾ ਪਰਮਾਤਮਾ ਉਹਨਾਂ ਨਿਰਗੁਣਿਆਂ ਨੂੰ ਵੀ ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ।
ਗੁਣਵੰਤੇ ਕਰ ਦਿੰਦਾ ਹੈ, ਗੁਣਾਂ ਵਾਲੇ ਕਰ ਦਿੰਦਾ ਹੈ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਇਹ ਪਰਮਪਿਤਾ ਪਰਮਾਤਮਾ ਦਾ ਤਾਂ ਇਹ ਬਖਸ਼ਿਸ਼ ਹੈ। ਪਰਮਪਿਤਾ ਪਰਮਾਤਮਾ ਕਿਸੇ ਨੂੰ ਨਜਾਇਜ਼ ਸਜ਼ਾ ਨਹੀਂ ਲਾਉਂਦਾ। ਉਸ ਦੇ ਕਰਮਾਂ ਦਾ ਫਲ ਉਸ ਨੂੰ ਭੁਗਤਾਉਣਾ ਉਸ ਦਾ ਹੱਕ ਹੈ, ਉਸ ਦਾ ਸਿਧਾਂਤ ਹੈ, ਉਸ ਦਾ ਵਿਧਾਨ ਹੈ, ਉਸ ਦੀ ਵਿਧੀ ਹੈ। ਪਰ ਉਸ ਦੀ ਵਿਧੀ ਇਹ ਵੀ ਹੈ ਕਿ ਉਹ ਅਗਰ ਜੇ ਕੋਈ ਰੂਹ ਪਰਮਾਤਮਾ ਦੀ ਸ਼ਰਨ ਹੋ ਗਈ ਤੇ ਪਰਮਾਤਮਾ ਦੇ ਨਾਲ ਜੁੜੀ ਹੋਈ ਉਸ ਦਾ ਨਾਮ ਸਿਮਰਨ ਕਰਦੀ ਹੈ, ਉਸ ਨੂੰ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਗੁਣ ਬਖਸ਼, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਗੁਰੂ ਦੀ ਸਿੱਖਿਆ ਸੁਣ ਕੇ ਫਿਰ ਗੁਰੂ ਕਿਰਪਾ ਕਰਦਾ ਹੈ, ਉਹਨਾਂ ਨਿਰਗੁਣਿਆਂ ਨੂੰ ਵੀ ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ ਹੈ ਔਰ ਗੁਣਾਂ ਵਾਲੇ ਬਣਾ ਦਿੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਬਲ ਹੋਰ ਬਖਸ਼ੀ ਹੈ ਕਿ ਐਸਾ ਕੋਈ ਬੰਦਾ ਨਹੀਂ ਇਸ ਸੰਸਾਰ ਦੇ ਵਿੱਚ ਕਿ ਕੋਈ ਇਹ ਕਵੇ ਕਿ ਮੈਂ ਆਪਣਾ ਗੁਣ ਪਰਮਾਤਮਾ ਨੂੰ ਬਖਸ਼ ਦਿੱਤਾ ਹੈ, ਕਿਉਂਕਿ ਗੁਣ ਜਿਹੜੇ ਹੈ ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਹੈ। ਗੁਣ ਜਿਹੜੇ ਆ ਸਭ ਪਰਮਾਤਮਾ ਕੋਲੇ ਹੈ। ਜੀਵਾਂ ਨੂੰ ਤਾਂ ਪਰਮਾਤਮਾ ਗੁਣ ਉਹਨਾਂ ਦੇ ਕਰਮਾਂ ਦੇ ਮੁਤਾਬਕ ਦਿੰਦਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਪਰਮਾਤਮਾ ਦੇ ਗੁਣ ਸਾਰੇ ਜਿਹੜੇ ਹੈ ਉਹ ਪਰਮਪਿਤਾ ਪਰਮਾਤਮਾ ਦੇ ਹੈ। ਔਰ ਜਦੋਂ ਕੋਈ ਗੁਣਾਂ ਨੂੰ ਧਾਰਨ ਕਰਕੇ ਉਸ ਦਾ ਨਾਮ ਸਿਮਰਨ ਕਰਦਾ ਹੈ, ਚੰਗੇ ਗੁਣ ਸ਼ੁਭ ਗੁਣਾਂ ਦੇ ਕਰਕੇ ਉਸ ਦਾ ਨਾਮ ਸਿਮਰਨ ਕਰਦਾ, ਤੇ ਫਿਰ ਉਸ ਤੇ ਪਰਮਪਿਤਾ ਪਰਮਾਤਮਾ ਦੀ ਖੁਸ਼ੀ ਹੋ ਜਾਂਦੀ ਹੈ ਕਿ ਉਸ ਦੀ ਭਗਤੀ ਜਿਹੜੀ ਹੈ ਉਹ ਪ੍ਰਵਾਨ ਹੋ ਜਾਂਦੀ ਹੈ। ਉਹ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਵੀ ਐਸਾ ਸੰਸਾਰ ਦੇ ਉੱਤੇ ਕੋਈ ਬੰਦਾ ਨਹੀਂ ਹੈ ਕਿ ਜਿਹੜਾ ਇਹ ਕਹਦੇ ਮੈਂ ਪਰਮਾਤਮਾ ਨੂੰ ਗੁਣ ਦਿੰਦਾ, ਬਲਕਿ ਅਸਲੀਅਤ ਇਹ ਹੈ ਕਿ ਪਰਮਾਤਮਾ ਹੀ ਸਾਰੇ ਸੰਸਾਰ ਦੇ ਲੋਕਾਂ ਨੂੰ, ਨਿਰਗੁਣਿਆਂ ਨੂੰ, ਜਿਨ੍ਹਾਂ ਕੋਲ ਕੋਈ ਗੁਣ ਨਹੀਂ ਹੈ, ਉਹਨਾਂ ਨੂੰ ਗੁਣ ਬਖਸ਼ਦਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਹੋਈ ਹੈ ਇਸ ਪੌੜੀ ਦੇ ਵਿੱਚ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਤਰਤ ਤਵਲ ਆਕਾਸ, ਸੁਣਿਐ ਦੀਪ ਲੋ ਪਤਾਲ, ਸੁਣਿਐ ਪੋ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਉਹ ਪਰਮਪਿਤਾ ਪਰਮਾਤਮਾ ਨਿਰਗੁਣਿਆਂ ਨੂੰ ਵੀ ਗੁਣ ਬਖਸ਼ ਦਿੰਦਾ ਹੈ। ਤੇ ਉਸ ਪਰਮਪਿਤਾ ਪਰਮਾਤਮਾ ਦੀ ਸਿੱਖਿਆ ਨੂੰ ਜਦੋਂ ਕੋਈ ਬੰਦਾ ਸੁਣਦਾ ਹੈ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਦੀ ਸਿੱਖ ਨੂੰ ਸੁਣਿਆ, ਸਾਡੀ ਮੱਤ ਦੇ ਵਿੱਚ ਰਤਨ ਜਵਾਹਰ ਮਾਣਕ ਵਰਗੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਇਹ ਸੁਣ ਲਵੇ ਨਾ, ਤੇ ਫਿਰ ਉਸ ਦੀਆਂ ਖੁਸ਼ੀਆਂ, ਉਸ ਪਰਮਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਜਿਹੜੀਆਂ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਰਬ ਸ਼ਕਤੀਮਾਨ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾਇਸ਼ ਕਰਨ ਵਾਲਾ ਹੈ, ਸਾਰੇ ਜੀਵਾਂ ਨੂੰ ਪੈਦਾਇਸ਼ ਕਰਨ ਵਾਲਾ ਹੈ, ਤੇ ਉਸ ਨੂੰ ਜੀਵ ਨੂੰ ਜੋ ਸੁਣਦਾ ਹੈ ਉਸ ਨੂੰ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਉਸ ਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਸੁਣਿਆ, ਫਿਰ ਕਿਹਨੇ ਸੁਣਿਆ? ਕਹਿੰਦੇ ਵੀ ਜਿਹੜੇ ਸਿੱਧ ਹੋ ਗਏ, ਸਿੱਧੀਆਂ ਪ੍ਰਾਪਤ ਕਰ ਲਈਆਂ, ਜਿਹੜੇ ਪੀਰ ਹੋ ਗਏ, ਪੀਰੀ ਨੂੰ ਪ੍ਰਾਪਤ ਹੋ ਗਏ, ਜਿਹੜੇ ਨਾਥ ਸੁਰ ਦੇਵਤੇ, ਇਹਨਾਂ ਨੇ ਸਾਰਿਆਂ ਨੇ ਉਸ ਪਰਮਪਿਤਾ ਪਰਮਾਤਮਾ ਨੂੰ ਸੁਣਿਆ। ਸੁਣਿਐ ਸਿੱਧ ਪੀਰ ਸੁਰਨਾਥ। ਪਰਮਾਤਮਾ ਨੂੰ ਸੁਣਨਾ ਕਿਵੇਂ ਹੈ ਕਿ ਇੱਕ ਪਰਮਪਿਤਾ ਪਰਮਾਤਮਾ ਦਾ ਖੇਲ ਹੈ ਕਿ ਜਦੋਂ ਪਰਮਪਿਤਾ ਪਰਮਾਤਮਾ ਕਿਸੇ ਰੂਹ ਦੇ ਵਿੱਚ ਆਪਣੀ ਉਪਸਥਿਤੀ ਨੂੰ ਜ਼ਾਹਰ ਕਰਦਾ ਹੈ, ਪਵਨ ਗੁਰੂ ਹੈ, ਪਵਨ ਰੂਪ ਪਰਮਾਤਮਾ ਹੈ, ਤੇ ਉਦੋਂ ਇਹ ਪਵਨ ਜਿਹੜੀ ਹੈ ਨਾ ਸਾਡੇ 10ਵੇਂ ਦੁਆਰ ਦੇ ਵਿੱਚ ਧੁਨੀ ਪੈਦਾ ਕਰਦੀ ਹੈ। ਇੱਕ ਧੁਨ ਵੱਜਦੀ ਹੈ ਜਿਸ ਨੂੰ ਅਸੀਂ ਅਨਹਦ ਧੁਨ ਕਹਿੰਦੇ ਹਾਂ, ਤੇ ਇਹ ਅਨਹਦ ਧੁਨ ਹੀ ਪਰਮਾਤਮਾ ਦਾ ਸਰੂਪ ਹੈ। ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਇਹ ਸਾਡਾ ਗੁਰੂ ਹੈ। ਜਦੋਂ ਅਸੀਂ ਇਸ ਨੂੰ ਸੁਣਦੇ ਹਾਂ, ਇਹਦੋਂ ਸਾਡੇ ਤੇ ਕਿਰਪਾਵਾਂ ਬਖਸ਼ਾਂ ਪਰਮਾਤਮਾ ਦੀਆਂ ਪ੍ਰਾਪਤ ਹੋ ਜਾਂਦੀਆਂ, ਖੁਸ਼ੀਆਂ ਪਰਮਾਤਮਾ ਦੀਆਂ ਪ੍ਰਾਪਤ ਹੋ ਜਾਂਦੀਆਂ। ਗੁਰੂ ਸਾਹਿਬ ਨੇ ਕਿਹਾ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ,
ਸਾਡੀ ਸੁਰਤੀ ਦੇ ਵਿੱਚ ਜਦੋਂ ਇਹ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ ਨਾ, ਤੇ ਸਾਡੀ ਰੂਹ ਜਿਹੜੀ ਹੈ ਇਸ ਸ਼ਬਦ ਦੀ ਧੁਨ ਦੀ ਚੇਲੀ ਹੋ ਜਾਂਦੀ ਹੈ, ਭਾਵ ਸੁਣਨਾ ਸ਼ੁਰੂ ਕਰ ਦਿੰਦੀ ਹੈ। ਤੇ ਉਦੋਂ ਸਾਨੂੰ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਉਦੋਂ ਸਾਨੂੰ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ। ਤੇ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਇਹ ਧੁਨ ਨੂੰ, ਇਸ ਪਰਮਾਤਮਾ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਬਖਸ਼ਾਂ ਪ੍ਰਾਪਤ ਹੋ ਗਈਆਂ। ਕਿਹਨੇ ਸੁਣਿਆ? ਸੁਣਿਆ ਸਿੱਧ ਪੀਰ ਸੁਰਨਾਥ। ਸਿੱਧਾਂ ਨੇ ਸੁਣਿਆ ਤਾਂ ਸਿੱਧੀਆਂ ਪ੍ਰਾਪਤ ਕਰ ਲਈਆਂ, ਜੇ ਪੀਰਾਂ ਨੇ ਸੁਣਿਆ ਤਾਂ ਪੀਰੀ ਪ੍ਰਾਪਤ ਕਰ ਲਈ, ਭਾਵ ਪਰਮਾਤਮਾ ਦੀਆਂ ਬਖਸ਼ਾਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ। ਜੇ ਸੁਰ ਭਾਵ ਦੇਵਤਿਆਂ ਨੇ ਸੁਣਿਆ ਤਾਂ ਉਹਨਾਂ ਨੂੰ ਦੇਵਤਿਆਂ ਦੀ ਪਦਵੀ ਪ੍ਰਾਪਤ ਹੋ ਗਈ, ਤੇ ਜੇ ਨਾਥਾਂ ਨੇ ਸੁਣਿਆ ਤਾਂ ਉਹਨਾਂ ਨੂੰ ਨਾਥ ਪਦਵੀ ਨੂੰ ਪ੍ਰਾਪਤ ਹੋ ਗਏ। ਉਹ ਲੋਕ ਨੌਨਾਥ, ਗੋਰਖਨਾਥ, ਬਿਸ਼ੰਦਰਨਾਥ, ਭਰਤਰੀਨਾਥ, ਇਹ ਨਾਥ ਹੋਏ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਸੁਣਿਆ ਧਰਤ ਧਵਲੇ ਆਕਾਸ। ਉਸ ਧੁਨ ਨੂੰ, ਉਸ ਸਿੱਖਿਆ ਨੂੰ, ਪਰਮਾਤਮਾ ਦੀ ਨੂੰ, ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਧਰਤੀ ਨੇ ਵੀ ਸੁਣਿਆ। ਧਰਤੀ ਨੇ ਸੁਣਿਆ। ਔਰ ਅਮੂਮਨ ਜਿਹੜਾ ਹੈ ਇਹ ਸਾਡੇ ਸਮਾਜ ਦੇ ਵਿੱਚ, ਸਾਡੇ ਗੁਰੂ ਨਾਨਕ ਦੇਵ ਜੀ ਤੇ ਆਉਣ ਤੋਂ ਪਹਿਲਾਂ ਜੋ ਇੱਕ ਵਿਚਾਰਧਾਰਾ ਸੀ ਕਿ ਧਰਤੀ ਦੇ ਥੱਲੇ ਇੱਕ ਬਲਦ ਖੜਾ, ਔਰ ਬਲਦ ਦੇ ਸਿੰਗਾਂ ਦੇ ਉੱਤੇ ਇਹ ਧਰਤੀ ਖੜੀ ਹੋਈ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਨਾਮ ਜੋ ਅਨਹਦ ਧੁਨ ਸੁਣੀ ਹੈ ਪਰਮਾਤਮਾ ਦੀ ਇਸ ਧਰਤੀ ਨੇ, ਤੇ ਉਸ ਦੇ ਜ਼ੋਰ ਨਾਲ ਇਹ ਧਰਤੀ ਟਿਕੀ ਹੋਈ ਹੈ। ਔਰ ਜਿਹੜਾ ਤੁਸੀਂ ਧੌਲ ਕਹਿੰਦੇ ਹੋ, ਉਹ ਧੌਲ ਨੇ ਵੀ ਇਸ ਨੂੰ ਸੁਣਿਆ ਹੋਇਆ ਅਨਹਦ ਧੁਨ। ਪਰ ਯਾਨੀ ਉਹ ਧੌਲ ਹੀ ਉਹ ਪਰਮਾਤਮਾ ਦੀ ਸ਼ਕਤੀ ਹੈ, ਨਾਮ ਦੀ ਸ਼ਕਤੀ ਹੈ, ਧੁਨ ਹੈ, ਅਨਹਦ ਧੁਨ ਹੈ, ਜਿਸ ਦੀ ਸਦਕਾ ਇਹ ਧਰਤੀ ਤੇ ਆਕਾਸ਼ ਸਭ ਖੜੇ ਹੋਏ ਆ। ਸੁਣਿਆ ਧਰਤ ਧਵਲੇ ਆਕਾਸ਼। ਧਰਤੀ ਨੇ ਵੀ ਸੁਣਿਆ, ਉਸ ਧੌਲ ਨੇ ਵੀ ਸੁਣਿਆ, ਔਰ ਆਕਾਸ਼ ਜਿਹੜਾ ਹੈ ਬਿਨਾਂ ਖੰਭਿਆਂ ਤੋਂ ਬਹੁਤ ਉੱਚਾ ਜਿਹੜਾ ਹੈ, ਅੰਬਰ ਦੇ ਵਿੱਚ ਆਕਾਸ਼ ਫੈਲਾ ਜਿਹੜਾ ਹੈ ਬਿਨਾਂ ਖੰਭਿਆਂ ਤੋਂ ਖੜਾ ਹੈ, ਇਹ ਵੀ ਉਸ ਪਰਮਪਿਤਾ ਪਰਮਾਤਮਾ ਦੀ ਧੁਨ ਨੂੰ ਸੁਣਿਆ ਤੇ ਤਾਂ ਇਹ ਇਸ ਤਰ੍ਹਾਂ ਖੜਾ ਹੋਇਆ ਹੈ। ਹੁਣ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਹੌਲੀ ਹੌਲੀ ਸਮਝਾਉਂਦੇ ਆ ਵੀ ਇਹ ਕੀ ਬਖਸ਼ਿਸ਼ ਹੈ, ਇਹ ਅਨਹਦ ਧੁਨ ਜਿਹੜੀ ਹੈ ਜਿਸ ਗੁਰੂ ਦੀ ਸਿੱਖ ਨੂੰ ਅਸੀਂ ਸੁਣਦੇ ਹਾਂ, ਉਹ ਕੀ ਬਖਸ਼ਾਂ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ ਆ ਸੁਣਿਆ ਦੀਪ ਲੋ ਪਾਤਾਲ। ਉਹ ਦੀਪ ਭਾਵ ਜਿਹੜੇ ਸਮੁੰਦਰਾਂ ਦੇ ਵਿੱਚ ਵੀ ਧਰਤੀ ਹੈ, ਛੋਟੇ ਛੋਟੇ ਟੁਕੜੇ ਜਿਹੜੇ ਆ, ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਵੀ ਸਮੁੰਦਰ ਦੇ ਵਿੱਚ ਤਾਂ ਹੀ ਖੜੇ ਹੈ ਜੇ ਉਹਨਾਂ ਨੇ ਉਸ ਅਨਹਦ ਧੁਨ ਨੂੰ, ਗੁਰੂ ਦੀ ਸਿੱਖ ਨੂੰ ਸੁਣਿਆ ਹੋਇਆ, ਤਾਂ ਹੀ ਉਹ ਉੱਥੇ ਖੜੇ ਆ, ਸਥਾਪਿਤ ਹੈ। ਵਰਨਾ ਸਮੁੰਦਰ ਇੰਨਾ ਸ਼ਕਤੀਮਾਨ ਹੈ ਕਿ ਹਰ ਚੀਜ਼ ਨੂੰ ਰੋੜ ਕੇ ਲੈ ਜਾਂਦਾ ਆਪਣੇ ਵਿੱਚ। ਪਰ ਦੀਪ ਐਸੇ ਹੈ ਕਿ ਉਹ ਪਰਮਾਤਮਾ ਦੀ ਅਨਹਦ ਧੁਨ ਦੀ ਸ਼ਕਤੀ, ਨਾਮ ਦੀ ਧੁਨ ਦੀ ਸ਼ਕਤੀ ਦੇ ਸਦਕਾ ਹੀ ਖੜੇ ਹੈ। ਲੋ ਦਾ ਮਤਲਬ ਇਹ ਹੈ ਕਿ ਸਾਰਾ ਤਾਰਾ ਮੰਡਲ। ਲੋ ਦਾ ਮਤਲਬ ਲੋ ਜੋਤੀ, ਸਾਰੀਆਂ ਜੋਤੀਆਂ ਭਾਵ ਸਾਰੇ ਤਾਰੇ ਜਿੰਨੇ ਵੀ ਹੈ, ਸਾਰੇ ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਨਛੱਤਰ ਹੈ, ਜਿੰਨੇ ਵੀ ਚੰਦ ਸੂਰਜ ਜਿਹੜੇ ਹੈ, ਉਹ ਵੀ ਇਸ ਨਾਮ ਧੁਨ ਦੀ ਸਦਕਾ ਹੀ ਮਤਲਬ ਸੁਣ ਕੇ ਇਹ ਖੜੇ ਹੋਏ ਹੈ। ਪਾਤਾਲ ਜਿਹੜਾ ਹੈ, ਧਰਤੀ ਦੇ ਥੱਲੇ ਜਿਹੜਾ ਹੈ ਨਾ, 7 ਪਤਾਲ ਹੈ ਨੇ, ਉਹ ਵੀ ਪਤਾਲ ਵੀ ਜਿਹੜੇ ਹੈ ਉਹ ਪਰਮਪਿਤਾ ਪਰਮਾਤਮਾ ਦੇ ਨਾਮ ਧੁਨ ਦੀ ਸ਼ਕਤੀ ਦੇ ਸੁਣਨ ਦੀ ਵਜ੍ਹਾ ਕਰਕੇ ਇਹ ਖੜੇ ਹੋਏ ਹੈ। ਵਰਨਾ ਗੁਰੂ ਸਾਹਿਬ ਕਹਿੰਦੇ ਆ ਲੱਖ ਆਕਾਸ਼ਾਂ ਆਕਾਸ਼, ਲੱਖ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਲੱਖਾਂ ਹੀ ਪਤਾਲ ਹੈ, ਪਤਾਲ ਪਤਾ ਨਹੀਂ, ਪਤਾਲ ਦੇ ਹੇਠਾਂ, ਪਤਾਲ ਦੇ ਥੇਠਾਂ, ਪਤਾਲ ਦੇ ਉੱਪਰ, ਪਤਾਲ ਦੇ ਮਤਲਬ ਗਾਂ ਦੀ ਗਾਂ, ਗਾਂ ਦੀ ਗਾਂ, ਕਿੰਨੇ ਪਤਾਲ ਹੈ। ਪਰ ਇਹ ਪਤਾਲ ਵੀ ਉਸ ਅਨਹਦ ਧੁਨ ਨਾਮ ਦੀ ਸ਼ਕਤੀ ਨੂੰ ਸੁਣ ਕੇ ਇਹ ਟਿਕਿਆ ਹੋਇਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਸੁਣਿਆ ਪੋ ਨਾ ਸਕੈ ਕਾਲ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਪਰਮਪਿਤਾ ਪਰਮਾਤਮਾ ਦੀ ਅਨਹਦ ਧੁਨ ਨੂੰ, ਨਾਮ ਧੁਨ ਨੂੰ ਸੁਣ ਕੇ ਜੇ ਜੀਵਾਂ ਨੂੰ ਪਰਮਾਤਮਾ ਨੇ ਕਾਲ ਦੀ ਬੰਦਿਸ਼ ਲਾਈ ਹੋਈ ਹੈ, ਜੋ ਕਾਲ ਨੂੰ ਇਹ ਹੁਕਮ ਦਿੱਤਾ ਹੋਇਆ ਕਿ ਇਸ ਜੀਵ ਨੂੰ ਤੂੰ ਵਿਨਾਸ਼ ਨਾ ਕਰਨਾ ਹੈ, ਇਸ ਜੀਵ ਦੀ ਮ੍ਰਿਤੂ ਤੂੰ ਕਰਨੀ ਹੈ। ਭਾਵ ਕਾਲ ਦਾ ਮਤਲਬ ਹੈ ਮ੍ਰਿਤੂ ਦਾ ਸਮਾਂ, ਅਖੀਰਲਾ ਸਮਾਂ, ਮ੍ਰਿਤੂ ਦਾ ਸਮਾਂ ਆ ਜਾਣਾ। ਤੇ ਗੁਰੂ ਸਾਹਿਬ ਕਹਿੰਦੇ ਹੈ
ਬਈ ਜਿਸ ਗੁਰੂ ਪਿਆਰ ਨੇ ਵਾਲੀ ਰੂਹ ਨੇ ਇਹ ਨਾਮ ਧੁਨ ਨੂੰ ਸੁਣ ਲਿਆ, ਅਨਹਦ ਧੁਨ ਨੂੰ ਸੁਣ ਲਿਆ, ਕਹਿੰਦੇ ਵੀ ਉਹਨਾਂ ਨੂੰ ਕਾਲ ਵੀ ਨਹੀਂ ਨੇੜੇ ਆਉਂਦਾ, ਕਾਲ ਨਹੀਂ ਪਹੁੰਚ ਸਕਦਾ। ਪੋੜਾ ਮਤਲਬ ਛੋਹਣਾ, ਪਕੜਨਾ। ਗੁਰੂ ਸਾਹਿਬ ਕਹਿੰਦੇ ਵੀ ਇਹ ਨਾਮ ਧੁਨ ਸੁਣਿਆ, ਅਨਹਦ ਧੁਨ ਸੁਣਿਆ, ਕਾਲ ਵੀ ਉਹਨਾਂ ਰੂਹਾਂ ਦੇ ਨੇੜੇ ਨਹੀਂ ਆ ਸਕਦਾ। ਗੁਰੂ ਸਾਹਿਬ ਕਹਿੰਦੇ ਆ, ਫਿਰ ਗੁਰੂ ਦੀ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ ਸਾਨੂੰ ਕਿ ਜਿਨ੍ਹਾਂ ਰੂਹਾਂ ਨੇ ਇਹ ਪਰਮਪਿਤਾ ਪਰਮਾਤਮਾ ਦਾ ਨਾਮ ਸੁਣਿਆ, ਨਾਮ ਸਿਮਰਨ ਕੀਤਾ, ਅਨਹਦ ਧੁਨ ਸੁਣੀ, ਨਾਮ ਦੀ ਸ਼ਕਤੀ ਪ੍ਰਾਪਤ ਕਰਕੇ ਤੇ ਉਹ ਉਸ ਦਾ ਸਿਮਰਨ ਕੀਤਾ, ਤੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਇਹ ਨਾਮ ਧੁਨ ਨੂੰ ਸੁਣ ਕੇ, ਅਨਹਦ ਧੁਨ ਨੂੰ ਸੁਣ ਕੇ ਔਰ ਇਸ ਧੁਨ ਦਾ ਸਿਮਰਨ ਕਰਕੇ, ਇਸ ਧੁਨ ਨਾਲ ਆਪਣੀ ਸੁਰਤੀ ਜੋੜ ਕੇ ਜਿਹੜੇ ਲੋਕ ਪਰਮਾਤਮਾ ਦੇ ਨਾਮ ਸਿਮਰਨ ਦੀ ਭਗਤੀ ਕਰਦੇ ਹੈ, ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਵਿਗਾਸ, ਖੇੜਾ, ਖੁਸ਼ੀ, ਆਨੰਦ ਇਹ ਪ੍ਰਾਪਤੀ ਹੋ ਜਾਂਦੀ ਹੈ। ਐਸੀਆਂ ਅਵਸਥਾਵਾਂ ਉਹਨਾਂ ਭਗਤਾਂ ਦੀਆਂ ਬਣ ਜਾਂਦੀਆਂ ਕਿ ਉਹ ਸਦਾ ਹੀ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਮਾਏ ਰਹਿੰਦੇ ਹੈ ਔਰ ਉਹ ਗੁਰਮੁਖ ਰੂਪ ਧਾਰਨ ਕਰਕੇ ਪਰਮਾਤਮਾ ਨਾਲ ਜੁੜੇ ਰਹਿੰਦੇ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਤੇ ਅਖੀਰਲੀ ਗੱਲ ਸਾਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕਰ ਦਿੱਤੀ ਕਿ ਭਾਈ ਇਹ ਨਾਮ ਧੁਨ ਜਿਹੜੀ ਹੈ, ਗੁਰੂ ਦੀ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਦੀ ਸਿੱਖ ਜਿਹੜੀ ਹੈ, ਇਹ ਅਨਹਦ ਧੁਨ ਹੈ। ਅਨਹਦ ਧੁਨ ਨਾਮ ਧੁਨ ਹੈ। ਜਦੋਂ ਅਸੀਂ ਇਸ ਨਾਮ ਨੂੰ ਸੁਣਦੇ ਹਾਂ ਨਾ, ਤੇ ਜਿਸ ਬੰਦੇ ਦੇ ਹਿਰਦੇ 'ਚ ਇਹ, ਜਿਸ ਬੰਦੇ ਦੇ ਕੰਨਾਂ ਦੇ ਵਿੱਚ, ਜਿਸ ਬੰਦੇ ਦੀ ਰੂਹ ਦੇ ਵਿੱਚ ਇਹ ਸਮਾ ਜਾਂਦੀ ਹੈ, ਉਸ ਦੇ ਦੁੱਖਾਂ, ਕਲੇਸ਼ਾਂ, ਰੋਗਾਂ, ਕਸ਼ਟਾਂ ਦਾ, ਪਾਪਾਂ ਦਾ ਸਭ ਨਾਸ ਹੋ ਜਾਂਦਾ ਹੈ। ਇਹ ਨਾਮ ਧੁਨ ਐਸੀ ਹੈ ਕਿ ਪਾਪਾਂ ਦਾ ਨਾਸ ਕਰਨ ਵਾਲੀ। ਜਿਹੜੀ ਰੂਹ ਇਸ ਨੂੰ ਸੁਣ ਲੈਂਦੀ ਹੈ, ਉਸ ਦੇ ਸਾਰੇ ਦੁੱਖ, ਕਲੇਸ਼, ਰੋਗ, ਕਸ਼ਟ ਨਾਸ ਹੋ ਜਾਂਦੇ ਹੈ। ਉਸ ਦੇ ਅੰਤਰ ਹਿਰਦੇ ਦੇ ਵਿੱਚ ਆਨੰਦ, ਖੇੜੇ, ਖੁਸ਼ੀਆਂ, ਪਿਆਰ, ਐਸੀ ਭਾਵਨਾ ਮਤਲਬ ਜਿਹੜੀ ਕਿ ਪਰਮਾਤਮਾ ਨਾਲ ਜੁੜੇ ਰਹਿਣ ਵਾਲੀ, ਪਰਮਾਤਮਾ ਦੇ ਦਰਸਦਾਰਿਆਂ ਤੱਕ ਵੀ ਉਹ ਪ੍ਰਾਪਤ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਭਾਈ, ਜੇ ਇਹ ਅਨਹਦ ਧੁਨ ਨੂੰ ਅਸੀਂ ਸੁਣਦੇ ਹਾਂ, ਇਹ ਗੁਰੂ ਦੀ ਇੱਕ ਸਿੱਖਿਆ ਹੈ। ਸਿੱਖਿਆ ਤੋਂ ਹੀ ਅਨਹਦ ਧੁਨ ਬਣਦੀ ਹੈ। ਸਿੱਖਿਆ ਹੀ ਨਾਮ ਧੁਨ ਹੈ। ਸਿੱਖਿਆ ਹੀ ਨਾਮ ਹੈ। ਨਾਮ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦਾ ਵਿਚਾਰ ਹੈ। ਜਦੋਂ ਅਸੀਂ ਇਸ ਨੂੰ ਸਰਵਣ ਕਰਦੇ ਹਾਂ, ਉਦੋਂ ਸਾਡੇ ਦੁੱਖਾਂ, ਕਲੇਸ਼ਾਂ, ਰੋਗਾਂ, ਕਸ਼ਟਾਂ ਦਾ ਨਾਸ ਹੋ ਜਾਂਦਾ ਹੈ ਔਰ ਸਾਡਾ ਜੀਵਨ ਜਿਹੜਾ ਜ਼ਿੰਦਗੀ ਦੇ ਵਿੱਚ ਜਿੰਨੀ ਜੋ ਆਜੂ ਪਰਮਾਤਮਾ ਨੇ ਸਾਨੂੰ ਦਿੱਤੀ ਹੁੰਦੀ ਹੈ, ਅਸੀਂ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਆਪਣੇ ਜੀਵਨ ਦੇ ਵਿੱਚ ਆਨੰਦ ਨਾਲ ਜੀਵਨ ਬਤੀਤ ਕਰਦੇ ਹਾਂ, ਖੁਸ਼ੀਆਂ ਦੇ ਵਿੱਚ ਬਤੀਤ ਕਰਦੇ ਹਾਂ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਪਰਮਪਿਤਾ ਪਰਮਾਤਮਾ ਦੇ ਨਾਲ ਪਰਮਾਨੰਦ, ਸੁਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਸਾਧ ਸੰਗਤ ਜੀ, ਅਸੀਂ ਸ਼ਮਾ ਦੇ ਜਾਚਕ ਹਾਂ। ਗੁਰਬਾਣੀ ਅਥਾਹ ਸਾਗਰ ਹੈ। ਹੋ ਸਕਦਾ ਹੈ ਕੋਈ ਵਿਚਾਰ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਹੋਵੇ, ਕਿਉਂਕਿ ਗੁਰਬਾਣੀ ਦੇ ਵਿਚਾਰਧਾਰਾ ਜਿਹੜੀ ਹੈ ਉਹ ਬਹੁਤ ਗਹਿਰਾਈ ਵਾਲੀ ਹੈ, ਬਰੀਕੀ ਵਾਲੀ ਹੈ। ਹੋ ਸਕਦਾ ਹੈ ਵੀ ਕੋਈ ਤਰੁੱਟੀ ਰਹਿ ਜਾਵੇ ਤਾਂ ਅਸੀਂ ਸ਼ਮਾ ਦੇ ਜਾਚਕ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਕਰਨਾ। ਔਰ ਅੱਗੇ ਤੋਂ ਭਾਈ ਗੁਰਮੁਖ ਪਿਆਰਿਓ, ਵਾਹਿਗੁਰੂ ਜੋਤ ਸਾਹਿਬ, ਸੁਦਾਮਾ ਨਗਰ, ਹਰੀਪੁਰਾ ਰੋਡ, ਸ਼੍ਰੀ ਵਿਜਾ ਨਗਰ ਤੇ ਵਾਹਿਗੁਰੂ ਜੋਤ ਸਾਹਿਬ ਦਰ ਘਰ ਅਵਤਾਰ ਸਿੰਘ ਪੁਰਵਾ ਜੀ, ਇਸ ਸਥਾਨ ਦੇ ਉੱਤੇ ਆ ਕੇ ਹਰ ਐਤਵਾਰ ਨੂੰ ਤੁਸੀਂ 8:30 ਵਜੇ ਤੋਂ 10:30 ਵਜੇ ਤੱਕ ਤੁਸੀਂ ਇਸ ਜਪਜੀ ਸਾਹਿਬ ਦੀ ਵਿਚਾਰਧਾਰਾ ਨੂੰ ਸਰਵਣ ਕਰ ਸਕਦੇ ਹੋ, ਜਿਸ ਦੇ ਨਾਲ ਸਾਡਾ ਗਿਆਨ ਪ੍ਰਕਾਸ਼ ਹੋਰ ਵਧੇਗਾ, ਜਿਸ ਦੇ ਨਾਲ ਸਾਡੇ ਸੁੱਖ ਹੋਰ ਵਧਣਗੇ, ਜਿਸ ਦੇ ਨਾਲ ਸਾਨੂੰ ਪਰਮਾਤਮਾ ਦੀ ਪ੍ਰੀਤ ਜੁੜੇਗੀ ਔਰ ਜਿਸ ਦੇ ਨਾਲ ਸਾਨੂੰ ਪਰਮਾਤਮਾ ਦੇ ਕਿਰਪਾ ਨਾਲ ਪਰਮਾਤਮਾ ਦੇ ਭੇਦਾਂ ਦੀ ਜਾਣਕਾਰੀ ਹੋ ਜਾਏਗੀ। ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਪਰਮਾਤਮਾ ਆਪਣੇ ਆਪ ਹੀ ਆਪਣੇ ਭੇਦ ਜਨਾਏਗਾ ਔਰ ਅਸੀਂ ਪਰਮਪਿਤਾ ਪਰਮਾਤਮਾ ਦੇ ਪਿਆਰੇ ਹੋ ਕੇ ਪਰਮਾਤਮਾ ਨਾਲ ਜੋੜ ਕਰ ਲਵਾਂਗੇ। ਇੰਨੀਆਂ ਵਿਚਾਰਾਂ ਕਰਦਾ ਹੋਇਆ ਸਾਧ ਸੰਗਤ ਜੀ, ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੋਤ ਚੈਨਲ ਨਾਲ ਜੁੜੇ ਹੋਏ ਸਾਰੇ ਸਬਸਕ੍ਰਾਈਬਰਾਂ ਨੂੰ ਬੇਨਤੀ ਹੈ ਕਿ ਭਾਈ ਜੋ ਵੀ ਵੀਡੀਓ ਦੇਖਦੇ ਹੋ ਉਸ ਨੂੰ ਸਬਸਕ੍ਰਾਈਬ ਕਰੋ, ਅੱਗੇ ਹੋਰ ਸਬਸਕ੍ਰਾਈਬ ਕਰਵਾਓ, ਲਾਈਕ ਕਰੋ, ਅੱਗੇ ਸੈਂਡ ਕਰੋ
ਇਹ ਮੇਰੀ ਬੇਨਤੀ ਹੈ ਭਾਈ ਸਾਰਿਆਂ ਨੂੰ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਚੈਨਲ ਨੂੰ ਹੌਸਲਾ ਦੇ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।